Yes, students. Today our topic is The Earth is Not Ours, chapter number 6 of your textbook, which is written by Kofi Annan. Kofi Annan, ਜਿਨ੍ਹਾਂ ਨੇ ਕਿ UN ਦੇ ਵਿੱਚ ਐਜ਼ ਅ 7th ਸੈਕਟਰੀ ਜਨਰਲ ਦੀ ਸੇਵਾ ਨਿਭਾਈ ਔਰ 2001 ਦੇ ਵਿੱਚ ਉਹਨਾਂ ਨੂੰ ਨੋਬਲ ਪ੍ਰਾਈਜ਼ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੀ UNO ਦੇ ਵਿੱਚ ਦਿੱਤੀ ਗਈ ਸਪੀਚ ਜੋ ਕਿ ਜਨਰਲ ਅਸੈਂਬਲੀ ਦੇ ਵਿੱਚ ਉਹਨਾਂ ਦੇ ਦੁਆਰਾ ਦਿੱਤੀ ਗਈ ਸੀ ਇਨ 1998, ਉਹਦੇ ਵਿੱਚੋਂ ਕੁਝ ਹਿੱਸਾ ਇਸ ਚੈਪਟਰ ਦੇ ਵਿੱਚ ਦਿੱਤਾ ਗਿਆ ਹੈ। ਕੋਫੀ ਐਨਨ ਬਤੌਰ ਲੇਖਕ ਇਸ ਲੇਖ ਦੇ ਵਿੱਚ ਜੋ ਦੱਸਦੇ ਹੈ ਉਹਨਾਂ ਦੇ ਮੁਤਾਬਿਕ ਇਹ ਇੱਕ ਬਹੁਤ ਹੀ ਵਧੀਆ ਸਦੀ ਹੈ ਜਿਹਦੇ ਵਿੱਚ ਕਿ ਸਾਨੂੰ ਇਸ ਸਦੀ ਨੂੰ ਮਨਾਉਣਾ ਚਾਹੀਦਾ ਹੈ। ਇੱਕ ਆਪਣੇ ਆਪ ਨੂੰ ਸੁਭਾਗਿਆਸ਼ਾਲੀ ਸਮਝਦਿਆਂ ਹੋਇਆਂ ਕਿ ਅਸੀਂ ਇਸ ਸਦੀ ਵਿੱਚ ਜੀ ਰਹੇ ਹਾਂ ਜਿਸ ਦੇ ਵਿੱਚ ਕਿ ਗਲੋਬਲਾਈਜੇਸ਼ਨ ਜਾਂ ਜਿਹਨੂੰ ਵਿਸ਼ਵੀਕਰਨ ਕਹਿ ਦਿੱਤਾ ਜਾਂਦਾ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਹੋ ਗਿਆ ਹੈ ਔਰ ਇਸ ਗਲੋਬਲਾਈਜੇਸ਼ਨ ਦੇ ਐਡਵਾਂਟੇਜਸ ਔਰ ਡਿਸਐਡਵਾਂਟੇਜਸ ਆਪਣੀ ਸਪੀਚ ਦੇ ਵਿੱਚ ਦਿੰਦਿਆਂ ਹੋਇਆਂ ਕੋਫੀ ਐਨਨ ਦੱਸਦੇ ਹੈ ਕਿ ਅੱਜ ਦੇ ਸਮੇਂ ਪੂਰਾ ਸੰਸਾਰ ਇੰਟਰਕਨੈਕਟਡ ਹੈ, ਇੱਕ ਦੂਸਰੇ ਦੇ ਨਾਲ ਜੁੜਿਆ ਹੋਇਆ ਹੈ ਗਲੋਬਲਾਈਜੇਸ਼ਨ ਕਰਕੇ, ਜਿੱਥੇ ਨਾਲ ਹੀ ਇਸ ਵਿਸ਼ਵੀਕਰਨ ਦੇ ਫਾਇਦੇ ਹੈ ਉਸ ਦੇ ਨਾਲ ਹੀ ਕੁਝ ਡੀਮੈਰਿਟਸ ਵੀ ਹੈਗੀਆਂ। ਪਹਿਲੇ ਬੈਨੀਫਿਟਸ ਦੀ ਅਗਰ ਗੱਲ ਕਰੀਏ ਤੇ ਫਾਸਟਰ ਗਰੋਥ, ਹਾਇਰ ਲਿਵਿੰਗ ਸਟੈਂਡਰਡ ਐਂਡ ਨਿਊ ਅਪੋਰਚੁਨਿਟੀਜ਼ for each and every person are available there due to globalization। लेकिन दूसरी तरफ अगर देखा जाए तो कई तरह के नुकसान भी है। क्राइम, नारकोटिक्स, टेररिज्म, इस तरह के जो डीमेरिट्स है ग्लोबलाइजेशन के उन्होंने भी नकारिया नहीं जा सकता, उन्होंने इग्नोर नहीं किया जा सकता। अगर फायदिਆਂ ਦੀ ਗੱਲ ਕੀਤੀ ਜਾਏ तो ਉਹ भी ਸਾਰਿਆਂ ਲਈ ਬਰਾਬਰ ਅਵਸਰ ਨਹੀਂ ਲੈ ਕੇ ਆਉਂਦਾ। ਕਹਿਣ ਤੋਂ ਭਾਵ ਹੈ ਕਿ ਅਜੇ ਵੀ ਬਹੁਤ ਸਾਰੇ ਲੋਕ ਉਸ ਸੁਵਿਧਾਵਾਂ ਤੋਂ ਵੰਚਿਤ ਹਨ। ਜੇ ਅਸੀਂ ਕਹੀਏ ਕਿ ਨੈਟਵਰਕ ਜਾਂ ਜੋ ਗਲੋਬਲਾਈਜੇਸ਼ਨ ਦੇ ਜੋ ਮੀਡੀਆ ਹੋ ਗਿਆ ਇਹਨਾਂ ਨੇ ਇੱਕ ਦੂਸਰੇ ਨੂੰ ਜੋੜ ਦਿੱਤਾ ਹੈ ਅਤੇ ਅਜੇ ਵੀ ਕੁਝ ਵਰਗ ਜਾਂ ਕੁਝ ਤਬਕਾ ਇਹੋ ਜਿਹਾ ਹੈ ਜੋ ਇਹਨਾਂ ਚੀਜ਼ਾਂ ਤੋਂ ਵੰਚਿਤ ਹੈ ਔਰ ਸਿਰਫ ਆਪਣੇ ਬੇਸਿਕ ਰਿਕੁਆਇਰਮੈਂਟਸ ਨੂੰ ਹੀ ਪੂਰਾ ਕਰਨੇ ਦੇ ਵਿੱਚ ਆਪਣੀ ਜ਼ਿੰਦਗੀ ਬਿਤਾ ਦਿੰਦਾ। ਹੁਣ ਗੱਲ ਕਰੀਏ ਕਿ ਕੋਫੀ ਐਨਨ ਨੇ ਇਸ ਚੈਪਟਰ ਦੇ ਵਿੱਚ 3 ਗਲੋਬਲ ਇਸ਼ੂਜ਼ ਦੇ ਬਾਰੇ ਗੱਲ ਕੀਤੀ ਹੈ ਔਰ ਇਹ ਗਲੋਬਲ ਇਸ਼ੂਜ਼ ਮੀਨਸ ਪੂਰੇ ਸੰਸਾਰ ਦੇ ਸਾਹਮਣੇ ਖੜੇ ਹੈ ਰਿਲੇਟਿਡ ਟੂ ਹਿਊਮਨ ਫਰੀडम। ਇਨਸਾਨ ਦੀ ਆਜ਼ਾਦੀ ਦੀ ਗੱਲ ਕਰੀਏ ਤੇ ਪਹਿਲੇ ਨੰਬਰ 'ਤੇ ਗੱਲ ਹੁੰਦੀ ਹੈ ਫਰੀडम ਫਰੋਮ ਵਾਂਟ। ਵਾਂਟ मीन्स डिज़ायर, इच्छा या ज़रूरतां। अजे भी कुछ लोग इहो ਜਿਹੇ है समाज ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਜੋ ਕਿ ਆਪਣੀ ਜੀਵਿਕਾ ਨੂੰ ਕੰਟੀਨਿਊ ਕਰਨ ਵਾਸਤੇ ਆਪਣੇ ਆਪ ਨੂੰ ਸਰਵਾਈਵ ਕਰਨ ਵਾਸਤੇ $1 ਵੀ ਕਮਾ ਨਹੀਂ ਪਾ ਰਹੇ। ਉਹਨਾਂ ਨੂੰ ਨਾ ਤਾਂ ਸਾਫ਼ ਪਾਣੀ ਪੀਣ ਨੂੰ ਮਿਲਦਾ ਹੈ, ਨਾ ਸਾਫ਼ ਸਫਾਈ ਦਾ ਪ੍ਰਬੰਧ ਹੁੰਦਾ ਹੈ ਔਰ ਨਾ ਹੀ ਸਹੀ ਤਰੀਕੇ ਦੇ ਨਾਲ ਖਾਣਾ ਮਿਲ ਪਾਉਂਦਾ। ਉਹਨਾਂ ਨੂੰ ਇਹ ਵੀ ਚਿੰਤਾ ਹੁੰਦੀ ਹੈ ਕਿ ਅਗਰ ਇੱਕ ਟਾਈਮ ਖਾ ਲਿਆ ਅਤੇ ਦੂਸਰੇ ਟਾਈਮ ਕੀ ਖਾਵਾਂਗੇ, ਅਤੇ ਇਹੋ ਜਿਹੇ ਲੋਕਾਂ ਨੂੰ ਸਟਾਕ ਮਾਰਕੀਟ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਜੋ ਬੇਸਿਕ ਫਸਟ ਨੈਸੈਸਿਟੀ ਹੈ ਉਹ ਇਨਸਾਨ ਨੂੰ ਘੱਟੋ ਘੱਟ ਇੰਨੀ ਆਜ਼ਾਦੀ ਹੋਵੇ, ਇੰਨੀ ਉਹ ਚਿੰਤਾ ਰਹਿਤ ਹੋ ਜਾਏ ਕਿ ਉਹਨੂੰ ਖਾਣ ਦੇ ਲਈ ਸੋਚਣਾ ਨਾ ਪਵੇ। ਦੂਸਰੀ ਫਰੀडम ਦੀ ਗੱਲ ਅਗਰ ਕਰੀਏ ਤਾਂ ਫਰੀडम ਫਰੋਮ ਫੀਅਰ ਹੈ। ਇਹ ਫੀਅਰ ਡਰ ਤੋਂ ਰਹਿਤ ਹੋ ਜਾਣਾ। ਇਹ ਡਰ ਕਿਸ ਚੀਜ਼ ਦਾ ਹੈ? ਆਪਣੇ ਆਪ ਦੇ ਨਾਲ ਕੁਝ ਗਲਤ ਹੋ ਜਾਣਾ, ਆਪਣੇ ਇੱਕ ਕੰਟਰੀ ਦੂਸਰੇ ਕੰਟਰੀ ਦੇ ਉੱਪਰ ਅਟੈਕ ਕਰ ਦੇਗੀ, ਉੱਥੇ ਕੁਝ ਗਲਤ ਹੋ ਜਾਣਾ, ਜਾਂ ਫਿਰ ਇੱਕ ਸਟੇਟ ਦੂਸਰੀ ਸਟੇਟ ਦੇ ਨਾਲ ਕੁਝ ਇਹੋ ਜਿਹਾ ਕਰ ਦੇ। ਇਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਕਿ ਹੌਲੀ ਹੌਲੀ ਪਹਿਲੇ ਇੱਕ ਦੇਸ਼ ਦੂਸਰੇ ਦੇਸ਼ ਤੋਂ ਡਰਦਾ ਸੀ, ਹੁਣ ਇੰਟਰਨਲ ਵਾਰਸ ਨੇ ਵੀ ਉਹਦੀ ਜਗ੍ਹਾ ਲੈ ਲਈ ਹੈ ਔਰ
ਪਿਛਲੀ ਸਦੀਆਂ ਦੇ ਵਿੱਚ ਇਹ ਦੇਖਿਆ ਗਿਆ ਕਿ ਇੰਟਰਨਲ ਵਾਰਸ ਮੀਨਸ ਅੰਦਰ ਹੀ ਦੇਸ਼ਾਂ ਦੇ ਵਿਚਕਾਰ ਹੀ ਜੋ ਕਮਿਊਨਿਟੀਜ਼ ਕਲੈਸ਼ਸ ਹੋ ਰਹੇ ਹੈ due to any reason, due to politics or other any reason, 5 millions लोग अपनी जान गवा बैठे हैं और कई लोग बेघर हो चुके हैं। तो ये डर कि किहड़े वेले की हो जाना है उस तो रहत होना चाहिए है एक इंसान। तीसरी गल की जा रही है फ्रीडम ऑफ फ्यूचर जनरेशन टू सस्टेन देयर लाइव्स, कि जो आने वाली पीढ़ी है उन्होंने ये भै ना होवे कि असी जिंदा किवें रहना है। कहने का भाव है कि जो भी सोर्सिस हैगे है, जो सानू नैचुरल रिसोर्सिस हैगे है या होर दूसरे तरह के सोर्सिस हैगे है, उन्होंने असी रीयूज़ करके या कुछ बचा के अपनी नैक्सट जनरेशन नू देना है, ना कि उन्हां चीज़ां नू खराब कर देना है। फॉर एग्जाम्पल इन्वायरमेंट नू सेव करना साडे लई बहुत ज़रूरी है। प्योर एयर, प्योर वाटर एंड प्योर इन्वायरमेंट जो कि सानू अपने पूर्वजां तो मिलिया है वो असी अगली अपनी जनरेशन नू भी दे सकीए। इस तरीके दे नाल ये जो स्पीच दे विच कहा गया यूएनओ दे विच, और ये थर्ड जो फ्रीडम है फंडामेंटल फ्रीडम जिहदी गल करिए, इस थर्ड फ्रीडम नू बहुत ज़्यादा सीरीयसली लैन दे लई जोर पाया गया। ये भी कहा गया कि वी नीड टू इनकरेज इन्वायरमेंट फ्रेंडली प्रैक्टिसेस, सानू वो काम करने चाहिए है जिहदे नाल कि नॉन रिन्यूएबल रिसोर्सिस दा ओवर कंजम्पशन करके या पोल्यूशन नू बहुत ज़्यादा इनक्रीज़ करके असी अपने आने वाली जनरेशन लई वो अर्थ ही ना रखीए जिहड़ी कि सानू अपने फोर फादर्स तो मिली है। Moreover, we need to learn the old African wisdom, एक कहावत जो कि अफ्रीका दे विच बोली जाती है, that the earth is not ours, ये ज़मीन ये धरती साड़ी नहीं है। कहने का भाव कि ये एक खजाने की तरह है और इनू सानू उसे ही धरोहर की तरह समझ के जिस तरह सानू साडे पुरखियां ने सौंपी सी उसे ही तरह सहेज के रखना है और आने वाली जनरेशनस दे लई इनू तैयार करके रखना है, खराब नहीं करना। इट इज़ नॉट अर्स, असी भी इत्थे परौणियां दी तरह हाँ, असी भी इत्थे गेस्ट दी तरह हाँ, तो असी इत्थे वो चीज़ां नू संभाल के वरतना है। आवर ऑर्गेनाइजेशन, कोफी एनन बोलते हैं कि जो साडी ऑर्गेनाइजेशन है, इत्थे यूएनओ दी गल हो रही है, बस फाउंडेड इन द नेम ऑफ वी द पीपल्स, क्योंकि यूएनओ दे विच बोलिया जाता है असी लोग, और इत्थे लोग पीपल्स वर्ड यूज़ किया जाता है। तो मैं गल दसना चाहती हाँ कि पीपल वैसे प्लूरल दे विच ही अपनी एक पूरी सेंस लैके बैठा होया, पीपल लोग अपने आप दे विच ही प्लूरल सेंस है, लेकिन फिर भी एस जदों लग गया दैट मीनस हेयर ही टॉक्स अबाउट द पीपल ऑफ द होल वर्ल्ड, पूरे संसार दे लोकां दी गल इत्थे कीती जा रही है। वी वर एट द सर्विस ऑफ वर्ल्ड्स पीपल, और कहा गया इस स्पीच दे विच कोफी एनन बोलते हैं कि असी इस पूरे संसार दे जो लोग हैं उन्हां दी सर्विस विच हाजिर हैं एंड वी मस्ट लिसन टू दैम, सानू उन्हां नू ज़रूर सुनना चाहिए। दे टेल अस दैट आवर पास्ट अचीवमेंट्स आर नॉट एनफ, वी मस्ट डू मोर, जो पिछे असी करते रहे हैं उस तो भी बेहतर सानू करना पैना है। वी मस्ट डू इट बैटर, सानू वधिए तरीके दे नाल एफर्ट करने पैने हैं जिहदे नाल कि असी इस धरती नू सुंदर सही वधिया तरीके दे नाल सहेज के अपने आने वाली जनरेशन नू सौंप सकीए। आई होप द समरी ऑफ द चैप्टर इज़ क्लियर। Thanks a lot for watching the video.